Good morning, students. Today I am discuss about to the class 6th history part, lesson number 10. This is the first part of this video. In this video, I am talking about to the Harappan civilization. This civilization is the oldest civilization after Indus Valley. In this civilization, we are talking about their lifestyle of to their pupils and their way of living. ਇਸ ਚੈਪਟਰ ਦੇ ਵਿੱਚ ਅਸੀਂ ਗੱਲ ਕਰਾਂਗੇ ਹੜੱਪਾ ਸੱਭਿਅਤਾ ਦੀ ਤੇ ਉਹ ਇਹ ਕੀ ਆ ਇੰਡਸ ਵੈਲੀ ਤੋਂ ਬਾਅਦ ਇਹ ਸਭ ਤੋਂ ਵੱਡੀ ਸੱਭਿਅਤਾ ਮੰਨੀ ਗਈ। ਤਾਂ ਇਸ ਦੇ ਵਿੱਚ ਕੀ ਹੈ, ਇਹ ਹੜੱਪਾ ਸੱਭਿਅਤਾ ਜਿਹੜੀ ਹੋਈ ਸੀ ਇਹ 7000 ਸਾਲ ਪਹਿਲਾਂ ਇੱਕ ਅਰਬਨ ਸਿਵਲਾਈਜੇਸ਼ਨ ਹੈ। ਇਹ ਸਭ ਤੋਂ ਵਰਡ ਯਾਦ ਰੱਖਣਾ, ਅਰਬਨ ਦਾ ਮੀਨਸ ਸ਼ਹਿਰੀ। ਇਸ ਪਹਿਲੀ ਸ਼ਹਿਰੀ ਸਿਵਲਾਈਜੇਸ਼ਨ ਮੰਨੀ ਗਈ ਆ। ਇਹ ਨਾਰਥ ਵੈਸਟ ਪਾਰਟ ਆਫ ਇੰਡੀਆ ਦੇ ਸਬ ਕੰਟੀਨੈਂਟ ਦੇ ਵਿੱਚ ਹੋਈ। ਇਹ ਇੰਡਸ ਰਿਵਰ ਤੇ ਸਰਸਵਤੀ ਰਿਵਰ, ਜਿਹਦਾ ਮਾਡਰਨ ਨੇਮ ਘੱਗਰ ਰਿਵਰ ਆ, ਇਹਨਾਂ ਦੋਹਾਂ ਦੇ ਵਿਚਕਾਰ ਹੋਈ। ਤੇ ਇਹਦਾ ਜ਼ਿਆਦਾਤਰ ਜਿਹੜਾ ਹੁਣ ਪ੍ਰੈਜ਼ੈਂਟ ਪਾਰਟ ਆ ਉਹ ਪਾਕਿਸਤਾਨ ਦੇ ਵਿੱਚ ਆ, ਤੇ ਪਰ ਜਿਹੜਾ ਥੋੜ੍ਹਾ ਬਹੁਤਾ ਹਿੱਸਾ ਉਹ ਕਿਹਦੇ ਵਿੱਚ ਆ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਥੋੜ੍ਹਾ ਜਿਹਾ ਪਾਰਟ ਵੈਸਟ ਬੰਗਾਲ ਵੈਸਟ ਦੇ ਵਿੱਚ ਆ, ਯੂਪੀ ਦੇ ਵਿੱਚ ਤੇ ਸਾਊਥਰਨ ਅਫਗਾਨਿਸਤਾਨ ਦੇ ਵਿੱਚ ਵੀ ਆ। ਇਹ ਜਿਹੜੀ ਸਿਵਲਾਈਜੇਸ਼ਨ ਆ ਇਹਨੂੰ ਸਭ ਤੋਂ ਵੱਡੀ ਤੇ ਪ੍ਰਾਚੀਨ ਸੱਭਿਅਤਾ ਕਿਹਾ ਜਾਂਦਾ ਵਾ। ਤੇ ਇਹ 20 ਟਾਈਮ ਬਿਗਰ ਸੀਗੀ ਜਿਹੜੀ ਇਜਿਪਟੀਅਨ ਦੇ ਵਿੱਚ ਸਿਵਲਾਈਜੇਸ਼ਨ ਹੋਈ ਸੀ। ਜਾਣੀ ਕਿ ਇਜਿਪਟ ਜਿਹੜਾ ਇੱਕ ਕੰਟਰੀ ਆ ਜਿਹਦੇ ਵਿੱਚ ਸਿਵਲਾਈਜੇਸ਼ਨਾਂ ਮੰਨੀਆਂ ਜਾਂਦੀਆਂ ਨੇ ਵੀ ਉੱਥੇ ਸਭ ਤੋਂ ਪਹਿਲਾਂ ਸ਼ੁਰੂ ਹੋਈਆਂ, ਪਰ ਉਹ ਤੋਂ ਵੀ ਵੱਡੀ ਇੱਕ ਸੱਭਿਅਤਾ ਜਿਹੜੀ ਸੀਗੀ ਇਹਨੂੰ ਹੜੱਪਾ ਸੱਭਿਅਤਾ ਕਿਹਾ ਜਾਂਦਾ ਸੀ ਜਾਂ ਹੜੱਪਨ ਸਿਵਲਾਈਜੇਸ਼ਨ ਕਿਹਾ ਜਾਂਦਾ ਸੀ। ਇਸ ਸਮੇਂ ਜਿਹੜੀ ਇਹ ਜਿੰਨੀਆਂ ਵੀ ਸਿਵਲਾਈਜੇਸ਼ਨਾਂ ਹੋਈਆਂ, ਤੁਸੀਂ ਇੱਕ ਗੱਲ ਧਿਆਨ ਰੱਖਣ ਵਾਲੀ ਆ ਵੀ ਇਹ ਕਿੱਥੇ ਹੋਈਆਂ ਨੇ। ਜ਼ਿਆਦਾਤਰ ਇਹ ਰਿਵਰ ਦੇ ਕੰਢੇ ਹੋਈਆਂ ਨੇ। ਕਿਉਂਕਿ ਜਿਹੜੇ ਪਰਸਨਸ ਜਿਹੜੇ ਕਿ ਫਸਟ ਅਸੀਂ ਮੰਨਦੇ ਹਾਂ ਵੀ ਜਿਹੜੇ ਫਸਟ ਪੀਪਲ ਸੀਗੇ ਉਹ ਕੀ ਸੀਗੇ, ਜ਼ਿਆਦਾਤਰ ਉਹ ਉੱਥੇ ਰਹਿਣਾ ਪਸੰਦ ਕਰਦੇ ਸੀ ਜਿੱਥੇ ਕੀ ਆ ਰਿਵਰਸ ਦੇ ਕੰਢੇ ਹੋਣ, ਕਿਉਂਕਿ ਉੱਥੇ ਐਗਰੀਕਲਚਰ ਦੇ ਲਈ ਜਿਹੜਾ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਲਈ ਵਾਟਰ ਦੀ ਲੋੜ ਪੈਂਦੀ ਤਾਂ ਉੱਥੋਂ ਫੁਲਫਿਲ ਕਰ ਸਕਦੇ ਸੀ। ਤਾਂ ਹੜੱਪਾ ਸੱਭਿਅਤਾ ਪਹਿਲੀ ਇਹੋ ਜਿਹੀ ਸੱਭਿਅਤਾ ਮੰਨੀ ਗਈ ਜਿੱਥੇ ਸਾਨੂੰ ਕਈ ਤਰ੍ਹਾਂ ਦੇ ਖੂਹ, ਸੜਕਾਂ ਤੇ ਲੋਕਾਂ ਦੀ ਪੜ੍ਹਾਈਆਂ ਦੇ ਉੱਤੇ ਇਹ ਚੀਜ਼ਾਂ ਦੇਖਣ ਨੂੰ ਉੱਥੇ ਮਿਲੀਆਂ। ਇਹ ਤੋਂ ਪਹਿਲਾਂ ਵੀ ਕਈ ਵੈਲੀਜ਼ ਹੋਈਆਂ ਨੇ, ਜਿਵੇਂ ਕਿ ਵੈਲੀਜ਼ ਆਫ ਰਿਵਰ ਨੀਲ ਜਿਹੜੀ ਇਜਿਪਟ ਦੇ ਵਿੱਚ ਆ, ਵੈਲੀ ਆਫ ਰਿਵਰਸ ਆਫ ਦੀ ਟੈਗਾਰਸ ਤੇ ਇਥਿਓਪਨਸ, ਤੇ ਵੈਲੀ ਆਫ ਟੂ ਦੀ ਰਿਵਰ ਇੰਡਸ, ਤੇ ਵੈਲੀ ਆਫ ਰਿਵਰਸ ਆਫ ਟੂ ਦੀ ਹੋਂਗਵਿਊਜ਼, ਇਹ ਜਿਹੜੀ ਚਾਈਨਾ ਦੇ ਵਿੱਚ ਹੋਈ ਆ। ਇਹਨੂੰ ਕਈ ਫੇਮਸ ਨੇਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਹਨੂੰ ਸੈਵਰਲ ਜਿਹੜੇ ਨਵੇਂ ਨੇਮ ਦਿੱਤੇ ਗਏ, ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ, ਇੰਡਸ ਸਰਸਵਤੀ ਸਿਵਲਾਈਜੇਸ਼ਨ ਐਂਡ ਦੀ ਹੜੱਪਾ ਸਿਵਲਾਈਜੇਸ਼ਨਸ। ਤਾਂ ਇਹ ਮੰਨੀਆਂ ਗਈਆਂ ਨੇ ਇਹ 3000 BC ਦਾ ਮਤਲਬ ਬਿਫੋਰ ਕ੍ਰਿਸਚਨ ਡੈਥ, ਜਾਣੀ ਕਿ ਜਿਹੜੇ ਸਾਡੇ ਪੁਰਾਣੇ ਸਮੇਂ ਨੇ ਉਹ ਦੋ ਪਾਰਟਸ ਦੇ ਵਿੱਚ ਵੰਡੇ ਗਏ ਨੇ, BC ਤੇ AD। ਇਹ ਤੁਹਾਨੂੰ ਆਮ ਹੀ ਦੇਖਣ ਨੂੰ ਮਿਲਣਗੇ। BC ਦਾ ਮਤਲਬ ਕੀ ਸੀਗਾ, ਬਿਫੋਰ ਕ੍ਰਿਸਚਨ ਡੈਥ, ਵੀ ਜਾਣੀ ਕਿ ਜਿਹੜੇ ਬਿਫੋਰ ਬਰਥ ਆਫ ਕ੍ਰਿਸਚਨ ਜਿਹੜੇ ਕਿ ਪ੍ਰਭੂ ਯੀਸ਼ੂ ਜੀ ਮੰਨੇ ਗਏ ਨੇ, ਜਿਹੜੇ ਕਿ ਕ੍ਰਿਸਚਨ ਧਰਮ ਦੇ ਸੰਸਥਾਪਕ ਮੰਨੇ ਗਏ ਨੇ, ਉਹਨਾਂ ਦੇ ਜਨਮ ਤੋਂ ਪਹਿਲਾਂ ਜਿਹੜਾ ਟਾਈਮ ਪੀਰੀਅਡ ਸੀਗਾ ਉਹਨੂੰ BC ਦੇ ਵਿੱਚ ਇਨਕਲੂਡ ਕੀਤਾ ਗਿਆ। ਤੇ ਜਦੋਂ ਉਹਨਾਂ ਦੀ ਡੈਥ ਹੋ ਗਈ ਤਾਂ ਉਦੋਂ ਬਾਅਦ ਦੇ ਪੀਰੀਅਡ ਨੂੰ AD ਕਿਹਾ ਜਾਂਦਾ, ਯਾਨੀ ਕਿ ਆਫਟਰ ਕ੍ਰਿਸਚਨ ਡੈਥ। ਤਾਂ ਇਹ 3000 BC ਦੇ ਵਿੱਚ ਹੋਈ ਸੀਗੀ। ਤੇ ਜਿਹੜੀ ਸਰਸਵਤੀ ਰਿਵਰ ਸੀਗੀ ਉੱਥੇ ਇਹ 1900 BC ਦੇ ਵਿੱਚ ਇਹਦਾ ਕੀ ਹੈ ਡਿਕਲਾਈਨ ਹੋਣਾ ਸ਼ੁਰੂ ਹੋਣ ਲੱਗ ਗਿਆ। ਲੋਕ ਉੱਥੋਂ ਛੱਡ ਕੇ ਨਾਰਥਰਨ ਪਾਰਟ ਜਾਂ ਗੰਗੋਤਰੀ ਜਿਹੜਾ ਪਲੇਨ ਬਣਦੇ ਸੀਗੇ ਉਹਨਾਂ ਦੇ ਕੋਲ ਜਾਣ ਲੱਗ ਗਏ। ਹੁਣ ਅੱਜ ਕੱਲ੍ਹ ਇਹਦਾ ਜਿਹੜਾ ਜ਼ਿਆਦਾਤਰ ਪਲੇਸ ਆ ਉਹ ਪੰਜਾਬ ਦੇ ਇੱਕ ਡਿਸਟ੍ਰਿਕਟ ਦੇ ਵਿੱਚ ਮਿਲਦੇ ਨੇ। ਤੇ ਪਲੱਸ ਇਹ ਮੋਹਨਜੋਦਾਰੋ ਜਿਹੜਾ ਕਿ ਜਿਹੜਾ ਕਿ ਪਾਕਿਸਤਾਨ 1921-22 ਦੇ ਵਿੱਚ ਉੱਥੇ ਜਾ ਕੇ ਮਿਲਦੀਆਂ ਨੇ। ਇਹਦੀਆਂ ਕੁਝ ਕੁ ਜਿਹੜੀਆਂ ਸਿਟੀਆਂ ਸੀਗੀਆਂ, ਜਿਵੇਂ ਕਾਲੀਬੰਗਰ ਇਨ ਰਾਜਸਥਾਨ, ਮਿਥਾਲ, ਵਾਨਾਵਲੀ, ਕੁਨਲ, ਇਹ ਸਾਰੀਆਂ ਜਿਹੜੀਆਂ ਨੇ ਇਹ ਹਰਿਆਣੇ ਦੇ ਵਿੱਚ, ਤੇ ਕੁਝ ਕੁ ਏਰੀਆ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਵੀ ਆਇਆ ਵਾ। ਤਾਂ ਉੱਥੇ ਦੇਖਣ ਨੂੰ ਮਿਲਦੇ ਆ। ਪੰਜਾਬ ਦੇ ਵਿੱਚ ਇੱਕ ਏਰੀਆ ਮੰਨਿਆ ਗਿਆ ਜਿਵੇਂ ਸੰਗੋਲ ਜਿਹੜਾ ਵਾ ਉਹ ਲੁਧਿਆਣਾ ਦੇ ਵਿੱਚ ਪੈਂਦਾ ਵਾ, ਤੇ ਰੂਪਨਗਰ ਯਾਨੀ ਕਿ ਜਿਹੜਾ ਰੋਪੜ ਹੁਣ ਬਣ ਚੁੱਕਿਆ ਵਾ, ਸੰਗਰੂਰ ਦੇ ਏਰੀਏ ਦੇ ਕੋਲ ਇਹਦੇ ਥੋੜ੍ਹੇ ਜਿਹੜੀਆਂ ਸਿਵਲਾਈਜੇਸ਼ਨ ਦੀਆਂ ਪਾਰਟਸ ਮਿਲਦੇ ਆ। ਸਿਵਲਾਈਜੇਸ਼ਨ ਦਾ ਪਾਰਟਸ ਦਿਖਾਇਆ ਗਿਆ ਵੀ ਇਹ ਨਾਰਥਰਨ ਪਾਰਟ ਤੇ ਲੈ ਕੇ ਵੈਸਟਰਨ ਵੱਲ ਨੂੰ ਜਾਂਦੀ ਆ, ਤੇ ਉੱਥੇ ਇਹ ਜ਼ਿਆਦਾਤਰ ਡਿਵੈਲਪ ਹੋਈ। ਇਹਦੀਆਂ ਹੜੱਪਾ ਸਿਵਲਾਈਜੇਸ਼ਨ ਦੀਆਂ ਜਿਹੜੀਆਂ ਪਲੇਸਿਸ ਜਿਹੜੇ ਪੰਜਾਬ ਦੇ ਵਿੱਚ ਮਿਲਦੀਆਂ ਨੇ, ਜਿਵੇਂ ਸੰਗੋਲ ਆ ਉਹ ਕੀ ਆ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਵਾ। ਇਹ
ਇਹਦੇ ਵਿੱਚ ਦੋ ਜਿਹੜੇ ਟਾਊਨਸ ਦੇ ਜਿਨ੍ਹਾਂ ਦੀ ਖੋਜ ਕੀਤੀ ਗਈ ਸੀ, SS ਤਲਵਾਰ ਤੇ BS ਵਸ਼ਿਸ਼ਟ, ਜਿਹੜੇ ਕਿ 1868 ਈਸਵੀ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦੀ ਖੋਜ ਕੀਤੀ ਤੇ ਉੱਥੋਂ ਕਈ ਤਰ੍ਹਾਂ ਦੇ ਵਿਸ਼ਲਸ ਮਿਲੇ, ਵਿਸ਼ਲ ਦਾ ਮਤਲਬ ਬਰਤਨ ਮਿਲੇ, ਤੇ ਇਹ ਸਭ ਤੋਂ ਵੱਡੀ ਅਚੀਵਮੈਂਟ ਸੀ। ਤੇ ਉਹਨਾਂ ਨੇ ਉੱਥੋਂ ਪਾਣੀ ਦਾ ਵੀ ਸਰੋਤ ਲੱਭਿਆ, ਤੇ ਲੱਭਿਆ ਵੀ ਇੱਥੇ ਕੀ ਸੀਗੇ, ਉਹ ਕਿਸ ਤਰੀਕੇ ਨਾਲ ਆਪਣੀ ਸਿਟੀ ਨੂੰ ਐਨੀਮੀਜ਼ ਤੋਂ ਪ੍ਰੋਟੈਕਟ ਕਰਦੇ ਸੀ। ਫਿਰ ਆਇਆ ਰੋਹੀਰਾ ਜਿਹੜੀ ਸੀਗੀ, ਉਹ ਪਲੇਸ ਸੀਗਾ ਸੰਗਰੂਰ ਦੇ ਨੀਅਰ ਬਾਏ ਪੈਂਦਾ ਸੀਗਾ, 1976 ਤੋਂ 77 ਦੇ ਵਿੱਚ ਪੈਂਦਾ ਸੀਗਾ। ਇੱਥੇ ਕੀ ਨੇ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਇੱਟਾਂ ਤੇ ਉੱਥੇ ਖਿਡੌਣੇ ਮਿਲੇ ਜਿਹੜੇ ਕਿ ਮਿੱਟੀ ਦੇ ਬਣਾਏ ਹੋਏ ਸੀ, ਜਿਹੜੇ ਕਿ ਸਿਵਲਾਈਜੇਸ਼ਨ, ਇਹ ਹੜੱਪਾ ਸਿਵਲਾਈਜੇਸ਼ਨ ਨੂੰ ਬਿਲੋਂਗ ਕਰਦੇ ਸੀ। ਸਨਅਤ, ਜਿਹੜਾ ਸਨਅਤ ਆ, ਇਹ ਕੀ ਆ, ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਵਾ, ਤੇ ਇਹ ਵੀ 1983-84 ਦੇ ਏਡੀ ਦੇ ਵਿੱਚ ਇੱਥੇ ਮਿਲਦੀਆਂ ਨੇ। ਇੱਥੇ ਗੁੱਡ ਇਨਫੋਰਮੇਸ਼ਨ ਮਿਲੀਆਂ ਜਿਹੜੀਆਂ ਕਿ ਲਾਸਟ ਪੀਰੀਅਡ ਜਿਹੜਾ ਹੜੱਪਾ ਸਿਵਲਾਈਜੇਸ਼ਨ ਦਾ ਸੀਗਾ। ਕੋਟਲਾ ਕੋਟਲਾ ਜਿਹੜਾ ਵਾ, ਰੋਪੜ ਡਿਸਟ੍ਰਿਕਟ ਦੇ ਵਿੱਚ ਆਉਂਦਾ, ਇਹਦੀ ਡਿਸਕਵਰੀ ਕੀਤੀ ਸੀ YD ਸ਼ਰਮਾ ਨੇ 1953 ਦੇ ਵਿੱਚ। ਇੱਥੇ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਟੂਲਸ ਮਿਲੇ, ਲੋਕਾਂ ਦੇ ਦੁਆਰਾ ਪਹਿਨੇ ਗਏ ਜਿਹੜੇ ਉਹਨਾਂ ਦੇ ਔਰਨਾਮੈਂਟਸ ਸੀਗੇ, ਔਰਨਾਮੈਂਟਸ ਮਤਲਬ ਵੀ ਜਿਹੜੇ ਗਹਿਣੇ ਗੁਣੇ ਪਹਿਨੇ ਗਏ ਸੀ, ਉਹ ਸਾਰੇ ਇੱਥੇ ਮਿਲਦੇ ਨੇ। ਇਸ ਤੋਂ ਇਲਾਵਾ ਦਿਖਾਇਆ ਗਿਆ ਮੋਹਨਜੋਦਾਰੋ ਦਾ, ਜਿਹੜੀ ਇੱਕ ਪਲੇਸ ਆ, ਜਿਹਦੀ ਕਿ ਇੱਕ ਪਿਕਚਰ ਜਿਹੜੀ ਤੁਹਾਨੂੰ ਦੇਖਣ ਨੂੰ ਮਿਲਦੀ ਆ, ਇਹਦੀ ਜਿਹੜੀ ਵੈਲੀ ਜਿਹੜੀ ਮਿਲੀ, ਉਹਦਾ ਨਾਮ ਰੱਖਿਆ ਗਿਆ ਮੋਹਨਜੋਦਾਰੋ। ਮੋਹਨਜੋਦਾਰੋ ਜਿਹੜਾ ਸੀਗਾ, ਇੱਕ ਜਿਵੇਂ ਰਾਜਸਥਾਨ ਦੇ ਵਿੱਚ ਇੱਕ ਫੌਂਟ ਕਿਲੇ ਮੰਨਿਆ ਜਾਂਦਾ ਵਾ, ਕੋਠਾਲਸ, ਇਹ ਉਹਦੇ ਨੀਅਰ ਬਾਏ ਹੋਇਆ, ਉੱਥੇ ਮਿਲਿਆ। ਤੇ ਇੱਥੇ ਉਹਨਾਂ ਨੇ ਦੇਖਿਆ ਵੀ ਕਿਸ ਤਰੀਕੇ ਨਾਲ ਉਹ ਪਾਣੀ ਦੇ ਉੱਤੇ, ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀਆਂ ਬ੍ਰਿਕਸ ਦੇ ਨਾਲ ਇੱਕ ਸਟਰਕਚਰ ਬਣਾਇਆ ਸੀ, ਜਿਹਦੇ ਵਿੱਚ ਉਹ ਵਾਟਰ ਸਟੋਰ ਕਰਦੇ ਹੁੰਦੇ ਸੀਗੇ, ਤੇ ਇਸੇ ਵਾਟਰ ਨੂੰ ਉਹ ਯੂਜ਼ ਕਰਦੇ ਹੁੰਦੇ ਸੀਗੇ ਆਪਣੇ ਹੋਰ ਚੀਜ਼ਾਂ ਦੇ ਲਈ, ਜਿਵੇਂ ਬਾਥਿੰਗਸ ਦੇ ਹੋ ਗਏ, ਰੂਮਸ ਦੇ ਵਿੱਚ ਉਹਨਾਂ ਨੇ ਵਾਸ਼ਰੂਮ ਬਣਾਏ ਹੋਏ ਸੀਗੇ, ਤੇ ਜਿਹੜਾ ਵੇਸਟੇਜ ਵਾਟਰ ਸੀਗਾ ਉਹਨੂੰ ਵੀ ਇੱਕ ਵੇ ਦੇ ਨਾਲ ਉਹ ਬਾਹਰ ਕੱਢਦੇ ਸੀਗੇ। ਸੋਸ਼ਲ ਲਾਈਫ, ਜਿਹੜੀ ਉਹਨਾਂ ਦੀ ਸੋਸ਼ਲ ਲਾਈਫ ਸੀਗੀ, ਉਹਦੇ ਵਿੱਚ ਕੀ ਸੀਗਾ, ਹੁਣ ਸੁਸਾਇਟੀ ਡਿਵੈਲਪ ਹੋ ਚੁੱਕੀ ਸੀ, ਉਹਨਾਂ ਨੂੰ ਖਾਣ ਦੇ ਲਈ ਜਿਵੇਂ ਦਾਲਾਂ, ਫਰੂਟਸ, ਵੈਜੀਟੇਬਲਸ, ਮਿਲਕ, ਇਹੋ ਜਿਹੀਆਂ ਚੀਜ਼ਾਂ ਦੀ ਲੋੜ ਪੈਂਦੀ ਸੀ। ਜਿਹੜੇ ਨਾਨ ਵੈਜੀਟੇਰੀਅਨ ਸੀਗੇ, ਉਹ ਕੀ ਸੀਗਾ, ਇਹ ਚੀਜ਼ਾਂ ਖਾ ਕੇ ਯੂਜ਼ ਕਰਦੇ ਸੀ। ਪਰ ਕੁਝ ਕੁ ਬੰਦਿਆਂ ਨੂੰ ਜਿੱਦਾਂ ਜਿਵੇਂ ਕਿ ਫਿਸ਼ ਹੁੱਕ ਮਿਲੇ, ਤਾਂ ਇਸ ਦਾ ਇੰਡੀਕੇਟਰ ਕੀ ਸੀਗਾ ਵੀ ਉਹ ਡਾਈਟਸ ਦੇ ਵਿੱਚ ਕੀ ਆ, ਫਿਸ਼ਿਸ ਵੀ ਲੈਂਦੇ ਸੀਗੇ, ਕਾਟਨ ਦੇ ਕਲੋਥ ਪਾਉਂਦੇ ਹੁੰਦੇ ਸੀਗੇ, ਤੇ ਆਪਣੇ ਆਪ ਨੂੰ ਕੀ ਆ, ਉਹ ਜ਼ਿਆਦਾਤਰ ਉਹ ਜਵੈਲਰੀਜ਼ ਵੀ ਪਾਉਂਦੇ ਹੁੰਦੇ ਸੀ ਤਾਂ ਜੋ ਆਪਣੇ ਆਪ ਨੂੰ ਰਿਚ ਦਿਖਾ ਸਕਣ। ਉੱਥੇ ਜਿਹੜੇ ਰਿਚੈਸਟ ਪਰਸਨ ਸੀ, ਉਹ 골ਡ ਦੇ, ਸਿਲਵਰ ਤੇ ਹੋਰ ਪ੍ਰੀਸ਼ੀਅਸ ਸਟੋਨਸ ਦੇ ਜਿਹੜੇ ਸੀਗੇ ਉਹ ਕੱਪੜੇ ਪਾਉਂਦੇ ਹੁੰਦੇ ਸੀ, ਤੇ ਜਿਹੜੇ ਪੂਅਰ ਲੋਕ ਸੀਗੇ, ਉਹਨਾਂ ਦੀ ਜਿਹੜੀਆਂ ਜਵੈਲਰੀਜ਼ ਸੀਗੀਆਂ, ਉਹ ਸਿੰਪਲ ਤੇ ਈਜ਼ੀ ਮਿਲਣ ਵਾਲੀਆਂ ਚੀਜ਼ਾਂ ਦੁਆਰਾ ਮਿਲਦੀਆਂ ਸੀਗੀਆਂ। ਤੇ ਵੂਮੈਨ ਦੀਆਂ ਜਿਹੜੀਆਂ ਡਰੈਸਿਸ ਸੀਗੀਆਂ, ਉਹਨਾਂ ਦੇ ਜਿਹੜੇ ਹੇਅਰ ਸੀਗੇ, ਉਹ ਬਿਊਟੀਫੁਲ ਸਟਾਈਲ ਦੇ ਨਾਲ ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਦੀਆਂ ਹੁੰਦੀਆਂ ਸੀਗੀਆਂ। ਤੇ ਜਿਹੜੇ ਮੈਨ ਸੀਗੇ, ਉਹ ਜ਼ਿਆਦਾਤਰ ਦਾੜੀ ਰੱਖ ਕੇ ਰੱਖਦੇ ਹੁੰਦੇ ਸੀ, ਤੇ ਕਲੀਨ ਸ਼ੇਪ ਵੀ ਸੀਗੇ ਉੱਥੇ। ਤਾਂ ਇਹ ਚੀਜ਼ਾਂ ਜਿਹੜੀਆਂ ਸੀ, ਉਹ ਆਪਣੇ ਸਿਰ ਦੇ ਉੱਤੇ ਵੀ ਕੋਈ ਚੀਜ਼ ਇੱਕ ਬੰਨ੍ਹ ਕੇ ਰੱਖ ਦਿੰਦੇ ਸੀ ਤਾਂ ਜੋ ਉਹ ਪਤਾ ਲੱਗ ਸਕੇ ਵੀ ਉਹ ਮੋਹਨਜੋਦਾਰੋ ਦੀ ਪਲੇਸ ਦੇ ਵਿੱਚੋਂ ਨੇ। ਆ ਜਿਹੜੇ ਔਰਨਾਮੈਂਟਸ ਜਿਹੜੇ ਕਿ ਉਹ ਪਾਉਂਦੇ ਹੁੰਦੇ ਸੀ ਗਰੀਬ ਲੋਕ, ਜਾਣੀ ਕਿ ਉਹ ਆਪਣੀਆਂ ਆਪਣੀਆਂ ਚੀਜ਼ਾਂ ਦਾ ਸ਼ਿੰਗਾਰ ਰੱਖਦੇ ਹੁੰਦੇ ਸੀ, ਗਰਲਸ ਵੀ ਤੇ ਬॉयਜ਼ ਵੀ। ਇਕਨੋਮਿਕ ਲਾਈਫ, ਜਿਹੜੀ ਉਹਨਾਂ ਦੀ ਇਕਨੋਮਿਕ ਲਾਈਫ ਸੀਗੀ, ਉਹ ਬੇਸਡ ਹੁੰਦੀ ਸੀ ਉਹਨਾਂ ਦੇ ਕਲਚਰ ਤੇ ਉਹਨਾਂ ਦੇ ਜਿਹੜੇ ਪਸ਼ੂ ਰੰਗ ਸੀਗੇ ਉਹਨਾਂ ਦੇ ਉੱਤੋਂ। ਉਹ ਜ਼ਿਆਦਾਤਰ ਵੈਜੀਟੇਬਲਸ ਜਾਂ ਗ੍ਰੀਨਸ ਫੂਡਸ ਹੀ ਵੇਚਦੇ ਸੀਗੇ। ਤੇ ਇਹਦਾ ਵਿੱਚ ਜਿਵੇਂ ਕਾਲੀਬੰਗਰ ਜਿਹੜੀ ਇੱਕ ਪਲੇਸ ਸੀਗਾ, ਉਹਨੇ ਇੰਡੀਕੇਸ਼ਨ ਦਿੱਤੀ ਵੀ ਉਹ ਕਿਸ ਤਰੀਕੇ ਨਾਲ ਐਗਰੀਕਲਚਰ ਕਰਦੇ ਸੀ, ਜਿਹੜਾ ਕਿ ਅੱਜ ਦੇ ਮਾਡਰਨ ਟਾਈਮ ਦੇ ਵਿੱਚ ਉਹ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਜਿਵੇਂ ਸ਼ੀਪ, ਬੁਲਸ, ਬੂਫਲਸ, ਇਹ ਸਾਰੇ ਉਹ ਯੂਜ਼ ਕਰਦੇ ਹੁੰਦੇ ਸੀ। ਉਹ ਡੋਮੈਸਟਿਕ ਦੇ ਲਈ ਵੀ ਉਹ ਇਹਨਾਂ ਨੂੰ ਪਾਲਦੇ ਸੀਗੇ ਤਾਂ ਜੋ ਉਹਨਾਂ ਤੋਂ ਦੁੱਧ ਪ੍ਰਾਪਤ ਕੀਤਾ ਜਾ ਸਕੇ ਜਾਂ ਹੋਰ ਵੀ ਚੀਜ਼ਾਂ। ਉਹ ਇਸ ਤੋਂ ਇਲਾਵਾ ਹੋਰ ਵੀ ਉਹ ਡੇਲੀ ਜਿਵੇਂ ਹਾਊਸ ਹੋਲਡ ਦੀਆਂ ਗੁੱਡਸ, ਜਿਵੇਂ ਕਾਪਰ ਦੀਆਂ ਗੁੱਡਸ ਹੋ ਗਈਆਂ, ਮਟੀਰੀਅਲ ਗੁੱਡਸ ਹੋ ਗਈਆਂ, ਉਹਨਾਂ ਨੂੰ ਵੀ ਉਹ ਯੂਜ਼ ਕਰਦੇ ਹੁੰਦੇ ਸੀ ਤਾਂ ਜੋ ਉਹ ਕੀ ਆ, ਉਸ ਤੋਂ ਕਈ ਚੀਜ਼ਾਂ ਬਣਾ ਸਕਣ। ਤੇ ਕਈ ਉਹਨਾਂ ਦੇ ਨਾਲ ਉਹ ਕੀ ਸੀ, ਸੇਲ ਪਰਚੇਜ਼ ਵੀ ਕਰਦੇ ਹੁੰਦੇ ਸੀਗੇ, ਸਟੋਨਸ, ਪ੍ਰੀਸ਼ੀਅਸ ਸਟੋਨਸ, ਜਵੈਲਰੀਜ਼, ਇਹ ਸਾਰੀਆਂ ਚੀਜ਼ਾਂ ਉਹ ਸੇਲ ਕਰਦੇ ਹੁੰਦੇ ਸੀ। ਤੇ ਫੋਰਨਰ ਪਰਸਨ ਵੀ ਇੱਥੇ ਆਉਂਦੇ ਹੁੰਦੇ ਸੀ। ਆ ਰਿਲੀਜੀਅਸ, ਜਿਵੇਂ ਉਹ ਰਿਲੀਜੀਅਸ ਦੀ, ਜਿਵੇਂ ਆ ਤੁਹਾਨੂੰ ਮੂਰਤੀ ਦਿਖਾਈ ਗਿਆ, ਉਹਨਾਂ ਰਿਲੀਜੀਅਸ ਜਿਹੜੇ ਪਰਸਨ ਸੀਗੇ, ਉਹ ਕੀ ਆ, ਵੂਮੈਨਸ ਨੂੰ ਜ਼ਿਆਦਾ ਰਿਲੀਜੀਅਸ ਸੀਗੀਆਂ, ਉਹਨਾਂ ਦੀ ਮਦਰ ਗੋਡੈਸ ਮੰਨੀ ਜਾਂਦੀ ਸੀ। ਇੰਡਸ ਵੈਲੀ ਇਹ ਸ਼ੋ ਕਰਦੀ ਹੈ ਵੀ ਉਹਨਾਂ ਨੇ ਕੀ ਆ, ਮਦਰ ਗੋਡੈਸ ਮੰਨਦੇ ਸੀਗੇ। ਮਦਰ ਗੋਡੈਸ ਜਿਹੜੀ ਕਿ ਫਾਊਂਡ ਹੁੰਦੀ ਆ ਮੋਹਨਜੋਦਾਰੋ ਪਲੇਸ ਦੇ ਉੱਤੇ। ਇੱਥੇ ਜ਼ਿਆਦਾਤਰ ਉਹਨਾਂ ਨੇ ਐਨੀਮਲਸ ਦੀ ਮੈਡੀਟੇਸ਼ਨ ਕਰਦੇ ਹੁੰਦੇ ਸੀ, ਜਿਵੇਂ ਪਸ਼ੂਪਤੀਜ਼, ਤੇ ਉਹਨਾਂ ਨੂੰ ਅਦਰ ਨੇਮ ਰੱਖਿਆ ਗਿਆ ਲਾਰਡ ਸ਼ਿਵਾ, ਠੀਕ ਹੈ ਜੀ। ਉਹ ਹੋਰ ਸ਼ਿਵਲਿੰਗ ਦੀ ਵੀ ਪੂਜਾ ਕਰਦੇ ਸੀਗੇ, ਤੇ ਨਰਸਿਮਾ ਨੂੰ ਵੀ ਪੂਜਦੇ ਸੀਗੇ। ਇਹ ਉਹ ਬਰਾਊਨਸ ਦਾ ਸਟੈਚੂ ਆ, ਜਿਹੜਾ ਕਿ ਉਹ ਡਾਂਸਿੰਗ ਮੂਵਮੈਂਟ ਦਿਖਾ ਰਹੀ ਹੈ ਵੀ ਇਹ ਗਰਲਸ ਡਾਂਸ ਕਰਦੀ ਹੈ, ਵੀ ਮੋਹਨਜੋਦਾੜੋ ਦੇ ਵਿੱਚ ਮਿਲੀ। ਇਹ ਸਟੋਨ ਦਾ ਹੈੱਡ ਆ, ਜਿਹੜਾ ਕਿ ਪ੍ਰੀਸ਼ੀਅਸ, ਯਾਨੀ ਕਿ ਉਹ ਜਿਹੜੇ ਸੀਗੇ ਲੋਕਾਂ ਦੇ ਸ਼ਕਲਾਂ ਬਣਾਉਂਦੇ ਸੀ ਜਾਂ ਰਾਜੇ ਮਹਾਰਾਜਿਆਂ ਦੀ, ਤਾਂ ਉਹ ਚੀਜ਼ਾਂ ਇੱਥੇ ਦਿਖਾਈਆਂ ਗਈਆਂ ਨੇ। ਉਸ ਤੋਂ ਇਲਾਵਾ ਉਹਨਾਂ ਨੇ ਕਈ ਤਰ੍ਹਾਂ ਦੀ ਉੱਥੇ ਵੀ ਸੀਲਸ ਯੂਜ਼ ਕਰਦੇ ਹੁੰਦੇ ਸੀਗੇ, ਜਿਹਦੇ ਨਾਲ ਉਹ ਦਿਖਾਉਂਦੇ ਹੁੰਦੇ ਸੀਗੇ, ਜਿਹਨੂੰ ਕਿ ਸਟੀਲੇਟੇਟ ਕਿਹਾ ਜਾਂਦਾ ਹੁੰਦਾ ਸੀਗਾ। ਇਹ ਐਲੀਫੈਂਟਸ ਜਾਂ ਹੋਰ ਕਈ ਚੀਜ਼ਾਂ ਤੋਂ ਮਿਲ ਕੇ ਬਣਾਈ ਜਾਂਦੀ ਹੁੰਦੀ ਸੀ। ਤੇ ਇਹ ਸੀਲ ਕੀ ਹੈ, ਇਹਦੇ ਵਿੱਚ ਇੱਕ ਕਾਮਨ ਜਿਹੜੇ ਪਰਸਨ ਸੀਗੇ, ਜਿਵੇਂ ਪਸ਼ੂਪਤੀ ਸਿਵਾ, ਉਹਨਾਂ ਦੀ ਫੋਟੋ ਲੱਗੀ ਹੁੰਦੀ ਸੀ, ਜਾਂ ਉਹਦੇ 'ਤੇ ਟਰੀ ਦੀ ਫੋਟੋ ਹੁੰਦੀ ਸੀਗੀ। ਇਹ
ਇਹ ਪਿਕਟੋਗ੍ਰਾਫਿਕ ਦੇ ਦੁਆਰਾ ਇਹ ਸਕ੍ਰਿਪਚਰਸ ਮਿਲਦੀਆਂ ਨੇ, ਇਹ ਸੀਲਸ ਉਹ ਯੂਜ਼ ਕਰਦੇ ਹੁੰਦੇ ਸੀ ਆਪਣੀ ਰਾਈਟਿੰਗ ਜਾਂ ਹੋਰ ਚੀਜ਼ਾਂ ਨੂੰ ਇੰਡੀਕੇਸ਼ਨ ਦੇਣ ਦੇ ਲਈ। ਇਹ ਸੀਗੀ ਤੁਹਾਡੀ ਹੜੱਪਨ ਸਿਵਲਾਈਜੇਸ਼ਨ। ਤੁਸੀਂ ਇਹ ਯਾਦ ਰੱਖਣਾ ਵੀ ਇਹ ਕਿਹੜੀ ਆ, ਸਭ ਤੋਂ ਓਲਡੈਸਟ ਮੰਨੀ ਜਾਂਦੀ ਹੈ, ਇਹਨੂੰ ਇੰਡਸ ਵੈਲੀ ਨਾਲ ਕੰਟੈਕਟ ਕੀਤਾ ਜਾਂਦਾ। ਜ਼ਿਆਦਾਤਰ ਇਹਦੇ ਪਾਰਟਸ ਪੰਜਾਬ ਦੇ ਵਿੱਚ ਮਿਲਦੇ ਆ, ਹਰਿਆਣਾ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਮਿਲਦੇ ਆ। ਤੇ ਇਹ ਸਿਵਲਾਈਜੇਸ਼ਨ ਇੱਕ ਪਹਿਲੀ ਅਰਬਨ ਸਿਵਲਾਈਜੇਸ਼ਨ ਮੰਨੀ ਗਈ, ਜਾਣੀ ਕਿ ਪਹਿਲੀ ਸ਼ਹਿਰੀ ਸਿਵਲਾਈਜੇਸ਼ਨ, ਸ਼ਹਿਰੀ ਸੱਭਿਅਤਾ ਮੰਨੀ ਗਈ, ਕਿਉਂਕਿ ਇੱਥੇ ਲੋਕ ਜਿਹੜੇ ਸੀਗੇ ਉਹ ਸੱਭਿਅਤਾ ਲੋਕ ਤਰੀਕੇ ਨਾਲ ਵਰਤਾ ਕਰਦੇ ਸੀਗੇ। ਤੇ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਉਹਦੇ ਬਾਰੇ ਅਸੀਂ ਪੂਰੀ ਡਿਸਕਸ ਕੀਤੀ ਆ। ਨਾਓ ਹੁਣ ਅਸੀਂ ਇਹਦੇ ਕੁਐਸਚਨ ਆਨਸਰ ਵੱਲ ਚੱਲਦੇ ਹਾਂ। ਫਸਟ ਜਿਹੜੇ ਤੁਹਾਡੇ ਵਰਡਸ ਮੀਨਿੰਗ ਨੇ ਜਿਹੜੇ ਤੁਸੀਂ ਇਹ ਤੋਂ ਐਜ਼ ਇਟ ਇਜ਼ ਦੇਖ ਕੇ ਉਤਾਰ ਲੈਣੇ, ਉਹ ਤਾਂ ਪੰਜਾਬੀ ਦੱਸੀ ਹੋਈ ਆ। ਨੈਕਸਟ ਅਸੀਂ ਕੁਐਸਚਨ ਆਨਸਰ ਦੀ ਗੱਲ ਕਰਦੇ ਹਾਂ। ਨੇਮ ਆਫ ਦੀ ਅਸਾਮ ਇੰਪੋਰਟੈਂਟ ਸਿਟੀਜ਼ ਆਫ ਟੂ ਦੀ ਹੜੱਪਨ ਸਿਵਲਾਈਜੇਸ਼ਨ। ਜਿਹੜੀ ਹੜੱਪਨ ਸਿਵਲਾਈਜੇਸ਼ਨ ਦੇ ਵਿੱਚ ਜਿਹੜੀਆਂ ਸਿਟੀਜ਼ ਮਿਲਦੀਆਂ ਨੇ, ਜਿਵੇਂ ਹੜੱਪਾ, ਮੋਹਨਜੋਦਾਰੋ, ਲੋਥਲ, ਕਾਲੀਬੰਗਰ, ਇਹ ਜਿਹੜੀਆਂ ਐਕਸੈਕਟਰਾ ਇਹ ਜਿਹੜੀਆਂ ਸਿਟੀਆਂ ਸੀਗੀਆਂ ਉੱਥੇ ਮਿਲਦੀਆਂ ਨੇ। ਵਟ ਡੂ ਯੂ ਨੋ ਅਬਾਊਟ ਟੂ ਦੀ ਸੋਸ਼ਲ ਲਾਈਫ ਆਫ ਟੂ ਦੀ ਇੰਡਸ ਵੈਲੀ। ਜਿਹੜੇ ਇੰਡਸ ਵੈਲੀ ਦੇ ਪੀਪਲ ਸੀਗੇ ਉਹਨਾਂ ਦੇ ਤੁਸੀਂ ਲਾਈਫ ਸਟਾਈਲ ਬਾਰੇ ਜਾਂ ਸੋਸ਼ਲ ਲਾਈਫ ਬਾਰੇ ਕੀ ਜਾਣਦੇ ਹੋ। ਜੇ ਸੋਸ਼ਲ ਲਾਈਫ ਆਫ ਟੂ ਦੀ ਇੰਡਸ ਵੈਲੀ ਪੀਪਲਸ ਵਾਸ ਟੂ ਦੀ ਹਾਈਲੀ ਡਿਵੈਲਪਡ, ਵੀ ਉਹਨਾਂ ਦੀ ਜਿਹੜੀ ਏਜ ਸੀਗੀ ਉਹ ਪੂਰੀ ਡਿਵੈਲਪਡ ਹੋਈ ਸੀਗੀ। ਜੇ ਪੀਪਲਸ ਈਟ ਦੀ ਵੀਟਸ, ਰਾਈਸ, ਫਰੂਟਸ, ਵੈਜੀਟੇਬਲਸ ਐਂਡ ਡਰੰਕਾ ਮਿਲਕ, ਕੀ ਆ ਉਹਨਾਂ ਦੇ ਲੋਕ ਕੀ ਸੀਗੇ, ਉਹ ਰਾਈਸ, ਚਾਵਲ, ਕਣਕ, ਫਰੂਟ ਅਤੇ ਸਬਜ਼ੀਆਂ ਖਾਂਦੇ ਸੀਗੇ, ਅਤੇ ਉਹ ਦੁੱਧ ਵੀ ਪੀਂਦੇ ਸੀਗੇ। ਇਸ ਤੋਂ ਇਲਾਵਾ ਉਹ ਕੀ ਆ, ਮੀਟ ਵੀ ਖਾਂਦੇ ਸੀ, ਫਿਸ਼ਿਸ ਵੀ ਖਾਂਦੇ ਸੀਗੇ। ਅਤੇ ਉਹ ਆਪਣੇ ਆਪ ਨੂੰ ਢੱਕਣ ਦੇ ਲਈ ਉਹ ਕੀ ਸੀਗਾ, ਕਾਟਨ ਦੇ ਵੁਲਨ ਦੇ ਕਲੋਥਸ ਪਹਿਨਦੇ ਹੁੰਦੇ ਸੀਗੇ। ਅਤੇ ਵੂਮੈਨਸ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਕਾਫੀ ਫੈਸ਼ਨ ਕਰਦੇ ਹੁੰਦੇ ਸੀ, ਅਤੇ ਉਹ ਵੀਅਰ ਔਰਨਾਮੈਂਟਸ ਪਾਉਂਦੇ ਹੁੰਦੇ ਸੀਗੀਆਂ। ਅਤੇ ਔਰਨਾਮੈਂਟਸ ਦਾ ਮਤਲਬ ਵੀ ਜਿਹੜੇ ਹਾਰ ਸ਼ਿੰਗਾਰ ਦੇ ਹੋਰ ਵੀ ਚੀਜ਼ਾਂ ਸੀਗੀਆਂ ਉਹ ਪਾਉਂਦੇ ਹੁੰਦੇ ਸੀ। ਡਾਂਸਿੰਗ, ਸਿੰਗਿੰਗ ਅਤੇ ਪਲੇਇੰਗ ਡਾਈਸ, ਚੈਸ, ਹੰਟਿੰਗ ਐਕਸੈਕਟਰਾ ਇਹ ਉਹਨਾਂ ਦੀਆਂ ਮੇਨ ਹੌਬੀ ਸੀਗੀਆਂ ਆਪਣੇ ਆਪ ਨੂੰ ਇੰਟਰਟੇਨ ਕਰਨ ਦੀਆਂ। ਰਾਈਟ ਦੀਆਂ ਨੋਟ ਔਨ ਟੂ ਦੀਆਂ ਟਾਊਨ ਪਲੈਨਿੰਗ ਆਫ ਟੂ ਦੀਆਂ ਇੰਡਸ ਵੈਲੀ। ਜਿਹੜੀ ਇੰਡਸ ਵੈਲੀ ਦੇ ਵਿੱਚ ਜਿਹੜੀ ਟਾਊਨ ਪਲੈਨਿੰਗ ਕੀਤੀ ਗਈ ਸੀ ਉਹਦੇ ਬਾਰੇ ਦੱਸਣਾ ਵਾ ਵੀ ਉਹਨਾਂ ਨੇ ਜਿਹੜੀ ਟਾਊਨ ਪਲੈਨਿੰਗ ਕੀਤੀ ਸੀ ਇੰਡਸ ਵੈਲੀ ਦੇ ਵਿੱਚ ਉਹ ਕੀ ਆ, ਰਿਮਾਰਕੇਬਲ ਸੀਗੀ, ਵੀ ਜਾਣੀ ਕਿ ਉਹ ਤੋਂ ਵਧੀਆ ਹੋਰ ਕੋਈ ਨਹੀਂ ਸੀਗੀ। ਉਹ ਸਿਟੀਜ਼ ਦੇ ਵਿੱਚ ਉਹਨਾਂ ਨੇ ਯੂਜੂਅਲੀ ਡਿਵਾਈਡ ਕੀਤੇ ਸੀ ਦੋ ਪਾਰਟਸ ਦੇ ਵਿੱਚ, ਇੱਕ ਅੱਪਰ ਪਾਰਟ ਰੱਖਿਆ ਹੋਇਆ ਸੀ, ਇੱਕ ਰੱਖਿਆ ਹੋਇਆ ਸੀ ਲੋਅਰ ਪਾਰਟ ਆਫ ਦੀ ਟਾਊਨ। ਅਤੇ ਅੱਪਰ ਪਾਰਟ ਦੇ ਵਿੱਚ ਉਹ ਜ਼ਿਆਦਾਤਰ ਕੀ ਸੀਗਾ, ਪਬਲਿਕ ਬਿਲਡਿੰਗ ਸੀਗੀਆਂ ਜਾਂ ਰੈਜ਼ੀਡੈਂਸ਼ੀਅਲ ਹਾਊਸ ਸੀਗੇ, ਜਿਨ੍ਹਾਂ ਦੇ ਉੱਤੇ ਰੋਲਿੰਗ ਕਲਾਸ ਜਾਣੀ ਕਿ ਜਿਹੜੇ ਹਾਇਰ ਪੋਜੀਸ਼ਨ ਵਾਲੇ ਸੀਗੇ ਉਹ ਉੱਥੇ ਰਹਿੰਦੇ ਹੁੰਦੇ ਸੀਗੇ। ਅਤੇ ਲੋਅਰ ਟਾਊਨ ਦੇ ਵਿੱਚ ਕੀ ਸੀਗੇ, ਜਿਹੜੇ ਕਾਮਨ ਪੀਪਲ ਸੀਗੇ ਉਹਨਾਂ ਦੀਆਂ ਸਟਰੀਟ ਕੀ ਸੀਗੀਆਂ, ਇੱਕ ਦੂਸਰੇ ਨਾਲ ਈਚ ਅਦਰ ਕੱਟ ਕੀਤੀਆਂ ਹੋਈਆਂ ਸੀਗੀਆਂ, ਅਤੇ ਉਹਨਾਂ ਵਿੱਚ ਰਾਈਟ ਐਂਗਲ ਬਣਾਇਆ ਗਿਆ ਸੀਗਾ। ਅਤੇ ਇਹ ਸਟਰੀਟਸ ਜਿਹੜੀਆਂ ਸੀਗੀਆਂ ਇਹ 800 ਮੀਟਰ ਤੋਂ ਲੌਂਗ ਅਤੇ 10 ਮੀਟਰ ਜਿਹੜੀਆਂ ਸੀਗੀਆਂ ਉਹ ਚੌੜੀਆਂ ਸੀਗੀਆਂ। ਇਸ ਤਰ੍ਹਾਂ ਦੀ ਉਹਨਾਂ ਨੇ ਸੜਕਾਂ ਬਣਾਈਆਂ ਸੀਗੀਆਂ। ਨੈਕਸਟ ਹੈਗਾ ਵਟ ਵਰ ਟੂ ਦੀ ਕਾਜ਼ ਆਫ ਟੂ ਦੀ ਡਿਕਲਾਈਨ ਆਫ ਟੂ ਦੀ ਹੜੱਪਾ ਸਿਵਲਾਈਜੇਸ਼ਨ। ਹੜੱਪਾ ਸਿਵਲਾਈਜੇਸ਼ਨ ਦਾ ਘਟਣ ਦਾ ਕੀ ਕਾਰਨ ਸੀ। ਇੱਥੇ ਜਿਹੜੇ ਵੇਰੀਅਸ ਸਕਾਲਰਸ ਨੇ ਉਹ ਮੈਂਸ਼ਨ ਕਰਦੇ ਆ ਵੀ ਕਈ ਤਰ੍ਹਾਂ ਦੇ ਡਿਫਰੈਂਟ ਰੀਜ਼ਨ ਸੀਗੇ ਜਿਹਦੇ ਕਰਕੇ ਉਹ ਘਟਣ ਲੱਗ ਗਈ। ਜਿਵੇਂ ਕਿ ਰੈਗੂਲਰ ਫਲੱਡ ਆਫ ਟੂ ਦੀ ਰਿਵਰ ਆਫ ਇੰਡਸ, ਵੀ ਜਿਹੜਾ ਇੰਡਸ ਦੀ ਜਿਹੜੀ ਰਿਵਰ ਸੀਗੀ ਉਹਦੇ 'ਤੇ ਰੈਗੂਲਰ ਕੀ ਸੀਗੇ, ਹੜ੍ਹ ਆਉਂਦੇ ਸੀ, ਤਾਂ ਕਰਕੇ ਉੱਥੇ ਕੀ ਆ ਉਹ ਸਿਵਲਾਈਜੇਸ਼ਨ ਨੂੰ ਖਰਾਬ ਕਰ ਦਿੰਦੀ ਸੀ। ਅਰਥਕੁਇਕ ਐਂਡ ਅਪੈਂਡਮਿਕਸ ਡਿਸਟਰੋਇਡ ਹਿਜ਼ ਸਿਵਲਾਈਜੇਸ਼ਨ, ਵੀ ਕੁਛ ਕੁ ਮਹਾਮਾਰੀਆਂ ਅਤੇ ਦੂਜਾ ਕੀ ਸੀ ਅਰਥਕੁਇਕ, ਉਹ ਵੀ ਉਹਦੀ ਸਿਵਲਾਈਜੇਸ਼ਨ ਨੂੰ ਖਤਮ ਕਰ ਰਹੀਆਂ ਸੀ। ਅਬਾਊਟ 1900 BC ਜਿਹੜੀ ਰਿਵਰ ਸਰਸਵਤੀ ਗॉट ਟੂ ਦੀ ਡਰਾਈਡ ਐਂਡ ਹੜੱਪਨ ਪੀਪਲਸ ਮੂਵ ਟੂਵਰਡਸ ਈਸਟ ਆਫ ਟੂ ਦੀ ਗੰਗਾ ਪਲੇਨ, ਵੀ ਜਿਹੜੇ 1900 BC ਈਸਵੀ ਦੇ ਵਿੱਚ ਜਿਹੜੀ ਸਰਸਵਤੀ ਸੀਗੀ ਉਹ ਜਮਾਂ ਹੀ ਸੁੱਕ ਚੁੱਕੀ ਸੀ, ਤਾਂ ਹੜੱਪਨ ਲੋਕਾਂ ਨੇ ਕੀ ਆ ਆਪਣੇ ਈਸਟਰਨ ਸਾਈਡ ਜਿਹੜੇ ਗੰਗਾ ਪਲੇਨ ਸੀਗੇ ਉਹਨਾਂ ਵੱਲ ਕੂਚ ਕਰਨ ਲੱਗ ਗਏ ਸੀਗੇ। ਨੈਕਸਟ ਹੈਗਾ ਵਟ ਵਰ ਦੀ ਇਕਨੋਮਿਕ ਐਕਟੀਵਿਟੀ ਆਫ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਪੀਪਲ, ਵੀ ਜਿਹੜੇ ਉਹ ਆਰਥਿਕ ਤੌਰ 'ਤੇ ਕਿਹੜੀਆਂ ਇਹੋ ਜਿਹੀਆਂ ਵਰਕ ਕਰਦੇ ਸੀਗੇ ਇੰਡਸ ਵੈਲੀ ਦੇ ਪੀਪਲ। ਦੀ ਐਗਰੀਕਲਚਰ ਐਂਡ ਦੀ ਕੈਟਲਸ ਰੇਨਿੰਗਸ ਵਰ ਟੂ ਦੀ ਮੇਨ ਪ੍ਰੋਫੈਸ਼ਨ ਆਫ ਟੂ ਦੀ ਪੀਪਲ, ਵੀ ਜਿਹੜੇ ਉਸ ਸਮੇਂ ਦੇ ਲੋਕ ਸੀਗੇ ਉਹਨਾਂ ਨੂੰ ਕੀ ਆ ਪਸ਼ੂ ਪਾਲਣ ਅਤੇ ਖੇਤੀਬਾੜੀ ਕਰਨਾ ਉਹਨਾਂ ਦਾ ਮੇਨ ਪ੍ਰੋਫੈਸ਼ਨ ਸੀ। ਵੇਰੀਅਸ ਗੇਨਸ ਵੈਜੀਟੇਬਲਸ ਕਾਟਨਸ ਵਰ ਗਰੋਨ, ਉਹ ਕੀ ਆ ਉੱਥੇ ਕੀ ਆ ਅਨਾਜ, ਸਬਜ਼ੀਆਂ ਅਤੇ ਕਾਟਨ ਉਹ ਬੀਜਦੇ ਸੀਗੇ। ਸ਼ੀਪਸ, ਗॉट, ਕੈਮਲਸ, ਹਾਰਸ, ਡੌਗਸ ਵਰ ਟੂ ਦੇਅਰ ਡੋਮੈਸਟੀਸਾਈਟਿਡ, ਵੀ ਉਹਨਾਂ ਨੇ ਕੀ ਆ ਉਹਨਾਂ ਨੂੰ ਘਰੇਲੂ ਜਿਹੜੇ ਪਾਲਤੂ ਜਾਨਵਰ ਜਿਵੇਂ ਕਿ ਭੇਡ, ਬੱਕਰੀ, ਊਂਠ, ਘੋੜਾ ਅਤੇ ਕੁੱਤਾ ਰੱਖਦੇ ਸੀਗੇ। ਪੀਪਲਸ ਲਿਵਿੰਗ ਇਨ ਦੀਆਂ ਸਿਟੀਜ਼ ਫਰ ਟਰੇਡਰਸ, ਅਤੇ ਉਹ ਜਿਹੜੇ ਪੀਪਲ ਸੀਗੇ ਉਹ ਜ਼ਿਆਦਾਤਰ ਕੀ ਸੀਗਾ ਸਿਟੀ ਦੇ ਵਿੱਚ ਰਹਿੰਦੇ ਸੀ ਆਪਣੇ ਟਰੇਡਰਸ ਦੇ ਨਾਲ। ਦੇਅਰ had good trade contact with the foreign lands like ਮੋਸੋਪੋਟਮੀਆ, ਵੀ ਮੋਸੋਪੋਟਮੀਆ ਜਿਹੜਾ ਕਿ ਫੋਰਨ ਟਰੇਡ ਦੇ ਜਾਣੀ ਕਿ ਲੋਕ ਸੀਗੇ ਉਹਨਾਂ ਨਾਲ ਵੀ ਇਹਨਾਂ ਦਾ ਵਧੀਆ ਕੰਟੈਕਟ ਸੀ, ਤਾਂ ਜੋ ਉੱਥੇ ਆ ਕੇ ਟਰੇਡ ਕਰਦੇ ਹੁੰਦੇ ਸੀਗੇ। ਆਈ ਹੋਪ ਤੁਹਾਨੂੰ ਇਹ ਪੂਰਾ ਚੈਪਟਰ ਸਮਝ ਆਇਆ ਹੋਵੇਗਾ। ਅਤੇ ਲਾਸਟ ਦੇ ਵਿੱਚ ਬਸ ਇਹੀ ਕਹਾਂਗਾ ਵੀ ਜੇਕਰ ਤੁਹਾਨੂੰ ਫਿਰ ਵੀ ਇਸ ਵੀਡੀਓ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਪ੍ਰੋਬਲਮ ਆਉਂਦੀ ਹੈ, ਫੇਸ ਆਊਟ ਹੋ ਰਹੀ ਆ, ਤਾਂ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ, ਤਾਂ ਜੋ ਮੈਂ ਉਹਨੂੰ ਉਸ ਜਿਹੜੀ ਪ੍ਰੋਬਲਮਸ ਨੂੰ ਸੌਰਟ ਆਊਟ ਕਰ ਸਕਾਂ ਆਪਣੇ ਨੈਕਸਟ ਸੈਸ਼ਨ ਦੇ ਵਿੱਚ।
ਤੇ ਮੇਰੇ ਸੈਸ਼ਨ ਨੂੰ ਲਾਈਕ ਕਰਨਾ ਨਾ ਭੁੱਲਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਤੇ ਇਸ ਨੂੰ ਸ਼ੇਅਰ ਵੀ ਕਰੋ ਤੇ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਵੀ ਜਿਹੜੀ ਨੌਲੇਜ ਆ ਉਹ ਗੇਨ ਕਰ ਸਕਣ। ਤੇ ਮੈਂ ਤੁਹਾਡੇ ਲਈ ਨੈਕਸਟ ਸੈਸ਼ਨ ਦੇ ਵਿੱਚ ਹੋਰ ਵੀ ਇੰਟਰਸਟਿੰਗ ਵੇ ਦੇ ਨਾਲ ਤੁਹਾਨੂੰ ਇਹ ਵੀਡੀਓਜ਼ ਦਵਾਂਗਾ। ਐਂਡ ਜਿਹੜੇ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਨੇ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰਨ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।